Hello everyone, welcome to Raj Malhotra's YouTube channel. We are back for discussion of Punjab budget. ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਫਰਸਟ ਲੈਕਚਰ ਦੇ ਵਿੱਚ ਆਪਾਂ ਬਜਟ ਦੇ ਨਾਲ ਰਿਲੇਟਡ ਜੋ ਵੀ ਇਕਨੋਮਿਕ ਟਰਮਸ ਨੇ ਉਹਨਾਂ ਨੂੰ ਡਿਸਕਸ ਕਰਿਆ ਸੀ and from today onwards we'll continue with the various initiatives that has been discussed by the Finance Minister of Punjab Harpal Singh Cheema. So ਕਿਹੜੇ ਸੈਕਟਰ ਦੇ ਵਿੱਚ ਕੀ ਨਾ ਇਨੀਸ਼ੀਏਟਿਵ ਲਏ ਜਾਣਗੇ ਉਹ ਆਪਾਂ ਡਿਸਕਸ ਕਰਾਂਗੇ ਬਟ ਬਿਫੋਰ ਦੈਟ ਜਦੋਂ ਬਜਟ ਸਪੀਚ ਸ਼ੁਰੂ ਹੁੰਦੀ ਹੈ ਤੇ ਸਟਾਰਟ ਦੇ ਵਿੱਚ ਫਾਈਨਾਂਸ ਮਿਨਿਸਟਰ ਦੱਸਦੇ ਆ ਕਿ ਪਿਛਲੇ ਸਾਲ ਦੇ ਵਿੱਚ ਗਵਰਨਮੈਂਟ ਨੇ ਕਿਹੜੇ ਇਨੀਸ਼ੀਏਟਿਵਸ ਲਏ ਆ ਐਂਡ ਕਿੱਦਾਂ ਜਿਹੜਾ ਲੋਕਾਂ ਦਾ ਵੈਲਫੇਅਰ ਹੈ ਉਹਦੇ ਲਈ ਕੰਮ ਕਰਿਆ ਸੋ ਵੀ ਵਿਲ ਹੈਵ ਅ ਲੁੱਕ ਔਨ ਦੀ ਵੇਰੀਅਸ ਇਨੀਸ਼ੀਏਟਿਵਸ ਉਹਦੇ ਤੋਂ ਬਾਅਦ ਗੱਲ ਕਰਾਂਗੇ ਕਿ ਪ੍ਰੈਜ਼ੈਂਟ ਬਜਟ ਦੇ ਵਿੱਚ ਗਵਰਨਮੈਂਟ ਆਪਾਂ ਨੂੰ ਕਿਹੜੇ ਇਨੀਸ਼ੀਏਟਿਵਸ ਲੈ ਕੇ ਆ ਰਹੀ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫ੍ਰੀ ਇਲੈਕਟ੍ਰਿਸਿਟੀ ਦੀ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ 300 ਯੂਨਿਟਸ ਪਰ ਹਾਊਸ ਹੋਲਡ ਠੀਕ ਹੈ ਜਿਹਦੇ ਕਰਕੇ ਜਿਹੜਾ ਲੋਕਾਂ ਦਾ ਫਾਈਨੈਂਸ਼ੀਅਲ ਬਰਡਨ ਹੈ ਉਹ ਘਟਿਆ ਹੈ ਵਿਚ ਇਜ਼ ਅ ਗੁੱਡ ਸਟੈਪ ਟੇਕਨ ਬਾਈ ਦੀ ਗਵਰਨਮੈਂਟ ਹੈਲਥ ਕੇਅਰ ਦੀ ਗੱਲ ਕਰੀਏ over 3 crore people have been benefited by the free services provided by Aam Aadmi clinics which is again a good initiative. Anti-corruption ਦੀ ਗੱਲ ਕਰੀਏ so according to government for transparent governance near about 800 corrupt officials were arrested by the government. ਇਹ ਇੱਕ good point ਹੈ road safety ਦੀ ਗੱਲ ਕਰਦੇ ਦੱਸਦੇ ਆ ਕਿ ਜਨਵਰੀ 2024 ਦੇ ਵਿੱਚ SSF ਲਾਂਚ ਕਰੇਗੀ SSF ਸੜਕ ਸੁਰੱਖਿਆ ਫੋਰਸ ਜਿਹਦੇ ਕਰਕੇ ਜਿਹੜੇ ਰੋਡ ਐਕਸੀਡੈਂਟਸ ਨੇ ਜਾਂ ਜਿਹੜੀ ਰੋਡ ਸੇਫਟੀ ਹੈ ਉਹਦੇ ਵਿੱਚ ਆਪਾਂ ਨੂੰ ਬਹੁਤ ਜਿਹੜੇ ਬੈਟਰ ਸਿਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ ਪਬਲਿਕ ਸਰਵਿਸਿਜ਼ ਦੀ ਗੱਲ ਕਰੀਏ ਸੋ ਗਵਰਨਮੈਂਟ ਇਜ਼ ਟਰਾਈਂਗ ਟੂ ਪ੍ਰੋਵਾਈਡ ਸਰਵਿਸਿਜ਼ ਟੂ ਦੀ ਪੀਪਲ ਐਟ ਦੀ ਡੋਰ ਸਟੈਪਸ ਓਨਲੀ ਸਿੰਪਲ ਏਜੰਡਾ ਕੀ ਹੈ ਕਿ ਲੋਕਾਂ ਨੂੰ ਗਵਰਨਮੈਂਟ ਆਫਿਸਿਸ ਦੇ ਵਿੱਚ ਨਾ ਜਾਣਾ ਪਵੇ ਉੱਥੇ ਵੇਟ ਨਾ ਕਰਨੀ ਪਵੇ ਲੰਬੀ ਲਾਈਨਾਂ 'ਚ ਨਾ ਖੜਨਾ ਪਵੇ ਜੋ ਵੀ ਸਰਵਿਸਿਜ਼ ਨੇ ਵੇਰੀਅਸ ਸਰਵਿਸਿਜ਼ ਉਹ ਲੋਕਾਂ ਨੂੰ ਉਹਨਾਂ ਦੇ ਘਰ ਹੀ ਪ੍ਰੋਵਾਈਡ ਕਰੀਆਂ ਜਾਣ ਇੱਦਾਂ ਦੇ ਗਵਰਨਮੈਂਟ ਕੰਮ ਕਰ ਰਹੀ ਹੈ ਹੈਲਥ ਪ੍ਰਮੋਸ਼ਨ ਦੀ ਗੱਲ ਕਰੀਏ ਸੋ ਅਗਰ ਆਪਾਂ ਗੱਲ ਕਰੀਏ CM ਦੀ ਯੋਗਸ਼ਾਲਾ ਇਨੀਸ਼ੀਏਟਿਵ ਜਿਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਤੁਹਾਨੂੰ ਫ੍ਰੀ ਯੋਗਾ ਕਲਾਸਿਸ ਪ੍ਰੋਵਾਈਡ ਕਰ ਰਹੀ ਹੈ ਫ੍ਰੀ ਆਫ ਕਾਸਟ ਫॉर ਫਿਜ਼ੀਕਲ ਹੈਲਥ ਫॉर ਮੈਂਟਲ ਹੈਲਥ ਜਿਹਦੇ ਕਰਕੇ ਬਹੁਤ ਲੋਕ ਡੇਲੀ ਟੂ ਡੇਲੀ ਇਸ ਕਲਾਸਿਸ ਨਾਲ ਜੁੜਦੇ ਹੈ which is again a good initiative taken by the government. Social welfare ਦੀ ਗੱਲ ਕਰੀਏ ਸੋ ਗਵਰਨਮੈਂਟ ਦੱਸਦੀ ਹੈ ਕਿ near about 16,000 crore ਜਿਹੜਾ ਰੁਪਈ ਹੈ ਉਹ ਲਗਾਇਆ ਗਿਆ ਹੈ for the welfare of the marginalized section. ਅਗਰ ਆਪਾਂ ਗੱਲ ਕਰੀਏ ਐਜੂਕੇਸ਼ਨ ਰਿਫਾਰਮ ਦੀ ਤੇ ਸਕੂਲਸ ਦੇ ਵਿੱਚ ਜਿਹੜੇ ਟੀਚਰਸ ਨੇ ਪ੍ਰਿੰਸੀਪਲ ਨੇ ਉਹਨਾਂ ਨੂੰ ਇੰਟਰਨੈਸ਼ਨਲੀ ਭੇਜਿਆ ਗਿਆ ਇਨ ਸਿੰਗਾਪੁਰ ਇਨ ਫਿਨਲੈਂਡ ਫॉर ਦੀ ਟ੍ਰੇਨਿੰਗ ਸੋ ਉਹਨਾਂ ਉੱਥੋਂ ਸਿੱਖ ਕੇ ਆਉਣ ਤੇ ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਬੈਟਰ ਕਰਨ ਲਈ ਨਵੇਂ ਸਟੈਪਸ ਲੈਣ ਇਹ ਇੱਕ ਬਹੁਤ ਅੱਛਾ ਸਟੈਪ ਸੀ ਇਕੋਨਮਿਕ ਗਰੋਥ ਲਈ ਕਾਫੀ ਇਨਵੈਸਟਮੈਂਟਸ 'ਤੇ ਕੰਮ ਕੀਤਾ ਗਿਆ ਕਿ ਕਿਵੇਂ ਆਪਾਂ FDI ਪੰਜਾਬ ਦੇ ਵਿੱਚ ਵਧਾਈਏ ਉਹਦੇ ਬਿਨਾਂ ਅਗਰ ਐਗਰੀਕਲਚਰ ਦੀ ਗੱਲ ਕਰੀਏ ਸੇ ਤਾਂ ਗਵਰਨਮੈਂਟ ਦੱਸਦੀ ਹੈ ਕਿ ਉਹਨਾਂ ਨੇ ਨੀਅਰ ਅਬਾਊਟ ਜੋ ਆਪਣਾ 15,000 ਦੇ ਕਰੀਬ ਜਿਹੜੇ ਵਾਟਰ ਕੈਨਾਲਸ ਨੇ ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰੀ ਹੈ ਸੋ ਦੈਟ ਐਗਰੀਕਲਚਰ ਬੈਟਰ ਹੋ ਸਕੇ ਇਰੀਗੇਸ਼ਨ ਬੈਟਰ ਹੋ ਸਕੇ ਠੀਕ ਹੈ ਤਾਂ ਪੁਆਇੰਟ ਇਸ ਸਰਕਾਰ ਆਪਣੇ ਸਾਹਮਣੇ ਪੇਸ਼ ਕਰ ਰਹੀ ਹੈ ਕਿ ਬਈ ਇਹ ਸਟੈਪਸ ਨੇ ਜੋ ਸਾਡੀ ਸਰਕਾਰ ਨੇ ਇਸ ਸਾਲ ਦੇ ਵਿੱਚ ਲਏ ਨੇ use these points as a further point in your answers wherever possible ਠੀਕ ਹੈ ਜੀ ਇਹ ਤੁਸੀਂ ਯੂਜ਼ ਕਰ ਸਕਦੇ ਹੋ ਲੈਟਸ ਬਿਗਨ ਦੀ ਡਿਸਕਸ਼ਨ ਆਫ ਬਜਟ ਸਭ ਤੋਂ ਪਹਿਲਾਂ ਸਰਕਾਰ ਡਿਸਕਸ ਕਰ ਰਹੀ ਹੈ ਔਨ ਐਂਟੀ ਡਰੱਗ ਇਨੀਸ਼ੀਏਟਿਵ ਬਾਈ ਦ ਨੇਮ ਆਫ ਯੁੱਧ ਨਸ਼ੇ ਦੇ ਵਿਰੁੱਧ ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਇਸ ਪ੍ਰੋਬਲਮ ਤੋਂ ਡਰੱਗ ਦੀ ਪ੍ਰੋਬਲਮ ਤੋਂ ਸਫਰ ਕਰ ਰਿਹਾ ਹੈ ਦੇਰ ਆਰ ਮਲਟੀਪਲ ਰੀਜ਼ਨਸ ਫॉर दैट ਬਟ ਇੱਕ ਰੀਜ਼ਨ ਹੈ ਦੈਟ ਇਜ਼ ਈਜ਼ੀ ਅਵੇਲੇਬਿਲਿਟੀ You people will agree to the point that Punjab is in between the golden crescent and golden triangle. Easy available ਹੈ ਇੱਥੇ ਜਿਹਦੇ ਕਰਕੇ ਲੋਕ ਬਹੁਤ ਜ਼ਿਆਦਾ ਡਰੱਗਸ ਨੇ ਜੋ ਉਹਨਾਂ ਨੂੰ ਕੰਜ਼ਿਊਮ ਕਰ ਰਹੇ ਨੇ ਐਂਡ ਵੀ ਰੀਅਲੀ ਵਾਂਟ ਟੂ ਗੈਟ ਰਿਡ ਆਫ ਦਿਸ ਪ੍ਰੋਬਲਮ ਜਿਹਦੇ ਕਰਕੇ ਸਰਕਾਰ ਉਪਰਾਲੇ ਕਰ ਰਹੀ ਹੈ ਤੋ ਸਭ ਤੋਂ ਪਹਿਲਾਂ ਡਿਸਕਸ ਕਰਦੇ ਆ ਦੈਟ ਦ ਇਨੀਸ਼ੀਏਟਿਵ ਬਾਈ ਦ ਨੇਮ ਆਫ ਯੁੱਧ ਨਸ਼ੇ ਦੇ ਵਿਰੁੱਧ ਲਾਂਚ ਕੀਤਾ ਗਿਆ ਫਰੋਮ 1st of March 2025 ऑब्जेक्टिव की है एम की है टू एनिलेट और टू इरेडिकेट दी ड्रग्स फ्रॉम पंजाब ਦੇ ਵਿੱਚੋਂ ਡਰੱਗਸ ਨੂੰ ਕੰਪਲੀਟਲੀ ਆਪਾਂ ਖਤਮ ਕਰਨਾ ਚਾਹੁੰਦੇ ਹਾਂ ਠੀਕ ਹੈ ਇਹਦੇ ਬਿਨਾਂ ਉਹਨੇ ਗੱਲ ਕੀਤੀ ਹੈ ਕਿ ਮੇਜਰ ਜਿਹੜੇ ਐਂਟੀ ਡਰੱਗ ਕੈਂਪੇਨ ਨੇ ਉਹ ਚਲਾਏ ਜਾ ਰਹੇ ਆ ਠੀਕ ਹੈ ਉਹਦੇ ਅੰਦਰ ਦੱਸਿਆ ਕਿ ਕਿੰਨੀਆਂ ਜਦ ਨਾ NDPS ਐਕਟ ਹੈ ਉਹਦੇ ਅੰਡਰ ਬਹੁਤ ਜ਼ਿਆਦਾ FIR ਦਰਜ ਹੋਈਆਂ ਨੇ 8,000 ਦੇ ਅਰਾਊਂਡ ਜਿਹੜੇ ਕਰਪਟ ਜਿਹੜੇ ਡੀਲਰਸ ਨੇ ਡਰੱਗ ਡੀਲਰਸ ਨੇ ਉਹਨਾਂ ਨੂੰ ਪਕੜਿਆ ਗਿਆ ਹੈ ਇਹ ਦੱਸਿਆ ਗਿਆ ਸਰਕਾਰ ਵੱਲੋਂ ਠੀਕ ਹੈ ਐਂਡ ਉਹਦੇ ਤੋਂ ਬਿਨਾਂ ਇਸ ਇਨੀਸ਼ੀਏਟਿਵ ਦੇ ਤੋਂ ਬਿਨਾਂ ਹੋਰ ਆਪਾਂ ਕੀ ਉਪਰਾਲੇ ਕਰ ਰਹੇ ਹਾਂ ਕਿ ਜਿਹੜੀ ਡਰੱਗਸ ਦੀ ਅਵੇਲੇਬਿਲਿਟੀ ਆ ਉਹਨੂੰ ਕੰਮ ਕਰ ਪਾਈਏ ਲੈਟਸ ਟਾਕ ਅਬਾਊਟ ਬਾਰਡਰ ਸਿਕਿਉਰਿਟੀ ਦੇਖੋ ਇਹ ਚੀਜ਼ ਤੁਹਾਨੂੰ ਪਤਾ ਹੋਏਗੀ ਮਤਲਬ ਵੀ ਆਰ ਅ ਬਾਰਡਰ ਸਟੇਟ ਰਾਈਟ ਤੇ ਜਿਹੜੀ ਇੰਟਰਨੈਸ਼ਨਲ ਬਾਰਡਰ ਹੈ
इंटरनेशनल बॉर्डर तो अगर ਆਪਾਂ 50 किलोमीटर्स तक ਗੱਲ ਕਰੀਏ 50 किलोमीटर्स फ्रॉम द इंटरनेशनल बॉर्डर्स ਇਹ ਕਿਸ ਦੇ ਅੰਡਰ ਆਉਂਦਾ ਹੈ, ਕਿਹਦੇ ਕੰਟਰੋਲ ਅੰਡਰ ਆਉਂਦਾ? BSF, ਬਾਰਡਰ ਸਿਕਿਉਰਿਟੀ ਫੋਰਸ। ਇਹ ਆਪਾਂ ਸਭ ਨੂੰ ਪਤਾ ਹੈ, ਠੀਕ ਹੈ। ਇਹਨੂੰ ਇੱਥੇ ਮਤਲਬ ਸੇਫਟੀ ਲਈ ਕੌਣ ਰਿਸਪੌਂਸਿਬਲ ਹੈ? BSF ਹੈ। ਪੰਜਾਬ ਸਰਕਾਰ ਨੇ ਕੀ ਸੋਚਿਆ ਹੈ ਕਿ ਜਸਟ ਟੂ ਕੰਪਲੀਮੈਂਟ ਦੀ ਐਫਰਟਸ ਆਫ BSF ਆਪਾਂ ਇੱਕ ਸੈਕਿੰਡ ਲਾਈਨ ਆਫ ਸਿਕਿਉਰਿਟੀ ਇੱਥੇ ਲਗਾਉਣੀ ਹੈ, ਹੋਮ ਗਾਰਡਸ ਡਿਪਲੋਏ ਕਰਨੇ ਨੇ। near about 5,000 home guards will be deployed to complement the efforts of BSF कि जो भी they will just like they work like an eye ਜਿਹੜੇ ਧਿਆਨ ਰੱਖਣਗੇ ਕਿ ਅਗਰ ਬਾਰਡਰਸ ਤੋਂ ਡਰੱਗ ਸਪਲਾਈ ਹੁੰਦੀ ਆ ਉਹਨੂੰ ਰੋਕਣ ਦੇ ਵਿੱਚ ਇਹਨਾਂ ਦਾ ਮੇਨ ਕੰਮ ਹੋਏਗਾ। ਇਹ ਉਹਨਾਂ ਨੇ ਡਿਸਕਸ ਕੀਤਾ ਹੈ। ਉਹਦੇ ਬਿਨਾਂ ਇੱਕ ਹੋਰ ਚੀਜ਼ ਆਪਾਂ ਧਿਆਨ 'ਚ ਰੱਖਣੀ ਹੈ, ਐਂਟੀ ਡਰੋਨ ਸਿਸਟਮਸ। ਸੋ ਜਿਹੜੇ ਆਪਾਂ ਹੋਮ ਗਾਰਡਸ ਡਿਪਲੋਏ ਕਰ ਰਹੇ ਹਾਂ, ਬਾਰਡਰ ਸਿਕਿਉਰਿਟੀ ਨੂੰ ਵਧਾ ਰਹੇ ਹਾਂ, ਇੱਕ ਕਾਰਨ ਕੀ ਹੈ ਕਿ ਜਿਹੜੇ ਡਰੋਨਸ ਨੂੰ ਯੂਜ਼ ਕਰਕੇ ਚਾਹੇ ਆਮ ਐਮੂਨੇਸ਼ਨਸ ਨੇ ਚਾਹੇ ਡਰੱਗਸ ਨੇ ਜੋ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਆ, ਆਪਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਵੀ ਆਰ ਵਰਕਿੰਗ ਵਿਦ ਅਦਰ ਕੰਟਰੀਜ਼ ਆਲਸੋ, ਵੀ ਆਰ ਟਰਾਈਂਗ ਟੂ ਨੋ ਮੋਰ ਐਂਡ ਮੋਰ ਅਬਾਊਟ ਡਿਫਰੈਂਟ ਮਾਡਲਸ, ਜਿਹਦੇ ਕਰਕੇ ਆਪਾਂ ਜਿਹੜਾ ਐਂਟੀ ਡਰੱਗ ਸਿਸਟਮਸ ਬਣਾਉਣਾ ਚਾਹੁੰਦੇ ਹਾਂ, ਐਂਟੀ ਡਰੋਨ ਸਿਸਟਮ, ਕਿ ਜਿਹੜੇ ਡਰੋਨਸ ਨੇ ਉਹਨਾਂ ਨੂੰ ਨਿਊਟਰਲਾਈਜ਼ ਕਰਕੇ ਉਹਦੇ ਇੰਪੈਕਟ ਕਿਵੇਂ ਖਤਮ ਕਰਿਆ ਜਾਏ ਕਿ ਡਰੋਨਸ ਨੂੰ ਯੂਜ਼ ਕਰਕੇ ਆਰਮਸ ਜਾਂ ਡਰੱਗ ਇੰਡੀਆ ਪੰਜਾਬ ਦੇ ਵਿੱਚ ਸਪਲਾਈ ਨਾ ਹੋਣ। ਇਹ ਆਪਾਂ ਕੰਮ ਕਰ ਰਹੇ ਹਾਂ। ਤਾਂ ਯੂ ਕੈਨ ਕਲੀਅਰਲੀ ਸੀ ਕ੍ਰਾਸ ਬਾਰਡਰ ਸਮਗਲਿੰਗ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ। ਹੋਮ ਗਾਰਡ ਨੂੰ ਡਿਪਲੋਏ ਕੀਤਾ ਜਾਏਗਾ। ਉਹਦੇ ਬਿਨਾਂ ਜਿਹੜਾ ਐਂਟੀ ਡਰੋਨ ਸਿਸਟਮਸ ਨੇ ਇਹਨਾਂ ਨੂੰ ਆਪਾਂ ਦੇਖ ਰਹੇ ਹਾਂ ਕਿ ਕਿੱਦਾਂ ਇਹਨਾਂ ਨੂੰ ਵੱਧ ਤੋਂ ਵੱਧ ਯੂਜ਼ ਕਰਿਆ ਜਾਵੇ। ਐਂਡ France Minister has said that they have allocated a good amount of money for this purpose, ਠੀਕ ਹੈ ਜੀ। ਸੋ ਆਪਾਂ ਨੇ ਗੱਲ ਕੀ ਕੀਤੀ, ਸਭ ਤੋਂ ਪਹਿਲਾ ਇਨੀਸ਼ੀਏਟਿਵ ਕਿਹੜਾ ਆ? ਯੁੱਧ ਨਸ਼ੇ ਦੇ ਵਿਰੁੱਧ, ਜਿਹਦੇ ਅੰਡਰ ਆਪਾਂ ਡਰੱਗਸ ਨੂੰ ਖਤਮ ਕਰਨਾ ਚਾਹੁੰਦੇ ਹਾਂ, ਜਿਹਦੇ ਅੰਡਰ ਕਾਫੀ ਜ਼ਿਆਦਾ ਜਿਹੜੇ FIRs ਵੀ ਦਰਜ ਹੋਈਆਂ ਨੇ ਐਂਡ ਅਰੈਸਟ ਹੋਈਆਂ ਨੇ, ਜਿੰਨੇ ਵੀ ਡਰੱਗ ਡੀਲਰਸ ਨੇ ਉਹਨਾਂ ਨੂੰ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਬਿਨਾਂ ਬਾਰਡਰਸ 'ਤੇ ਸੇਫਟੀ ਵਧਾਈ ਆ ਆਪਾਂ ਨੇ ਹੋਮ ਗਾਰਡਸ ਨੂੰ ਡਿਪਲੋਏ ਕੀਤਾ ਹੈ ਵਿਦ ਦੀ BSF, ਠੀਕ ਹੈ, ਜਿਹੜੇ ਕਿ ਇੱਕ ਆਏ ਦੀ ਤਰ੍ਹਾਂ ਕੰਮ ਕਰਨਗੇ। ਦੇ ਵਿਲ ਬਿਹੇਵ ਲਾਈਕ ਅ ਬਰਡ ਆਈ ਸੋ ਦੈਟ ਕਿਸੇ ਵੀ ਤਰੀਕੇ ਨਾਲ ਜਿਹੜੀ ਡਰੱਗਸ ਨੇ ਉਹ ਪੰਜਾਬ ਦੇ ਵਿੱਚ ਸਪਲਾਈ ਨਾ ਹੋ ਪਾਉਣ। ਉਹਦੇ ਨਾਲ ਨਾਲ ਕੁਝ ਐਂਟੀ ਡਰੋਨ ਸਿਸਟਮਸ ਆਪਾਂ ਕਰ ਰਹੇ ਹਾਂ ਕਿ ਜੋ ਡਰੋਨਸ ਦੀ ਮਦਦ ਦੇ ਨਾਲ ਕੁਛ ਵੀ ਜੋ ਪੰਜਾਬ ਦੇ ਵਿੱਚ ਸਪਲਾਈ ਹੋ ਰਹੀ ਹੈ, ਚਾਹੇ ਡਰੱਗਸ ਨੇ ਚਾਹੇ ਆਰਮਸ ਨੇ, ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰੀਏ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਉਹਦੇ ਤੋਂ ਬਿਨਾਂ ਵੈਰੀ ਇੰਪੋਰਟੈਂਟ ਪੁਆਇੰਟ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਡਰੱਗ ਸੈਂਸਸ ਹੋਣ ਵਾਲਾ ਹੈ, ਠੀਕ ਹੈ। ਪੰਜਾਬ ਦੇ ਵਿੱਚ ਦੇ ਵਿਲ ਬੀ ਵੈਰੀ ਫਰਸਟ ਡਰੱਗ ਸੈਂਸਸ। ਘਰ ਜਾਇਆ ਜਾਏਗਾ, ਹਾਊਸ ਹੋਲਡ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਕਿੰਨਾ ਕੁ ਜ਼ਿਆਦਾ ਜਿਹੜਾ ਡਰੱਗ ਪ੍ਰੀਵੈਲੈਂਸ ਹੈਗੀ ਹੈ, ਕਿੰਨੇ ਕੁ ਲੋਕ ਕੰਜ਼ਿਊਮ ਕਰਦੇ ਆ, ਕਿਉਂ ਕੰਜ਼ਿਊਮ ਕਰਦੇ ਆ, ਸੋਸਾਇਟੀਕਲ ਇੰਪੈਕਟ ਕੀ ਹੈ, ਇਕੋਨੋਮਿਕਲ ਇੰਪੈਕਟ ਕੀ ਹੈ, ਮੈਂਟਲ ਐਬਿਲਿਟੀ ਕਿੱਦਾਂ ਦੀ ਹੈ। ਮਤਲਬ ਪੁਆਇੰਟ ਕੀ ਹੈ, ਸਾਇੰਟੀਫਿਕ ਅਪਰੋਚ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲਾਂ ਪ੍ਰੋਪਰਲੀ ਸਮਝਿਆ ਜਾਏ, ਆਪਣੇ ਕੋਲ ਡਾਟਾ ਹੋਏ ਕਿ ਕੀ ਰੀਜ਼ਨਸ ਨੇ, ਠੀਕ ਹੈ। ਮਤਲਬ ਤੁਸੀਂ ਕਿਸੇ ਪ੍ਰੋਬਲਮ ਦਾ ਸੋਲਿਊਸ਼ਨ ਜਿਹੜਾ ਲੱਭ ਰਹੇ ਹੋ, ਬਟ ਤੁਹਾਨੂੰ ਐਗਜ਼ੈਕਟ ਪ੍ਰੋਬਲਮ ਤਾਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ। ਡਾਟਾ ਬਹੁਤ ਇੰਪੋਰਟੈਂਟ ਹੈ, ਕਿਸੇ ਵੀ ਸੈਕਟਰ ਦੀ ਗੱਲ ਕਰ ਲਓ। ਸੋ ਮਲਟੀ ਜਿਹੜਾ ਟਾਸਕ ਹੈ, ਮਲਟੀ ਫੇਸਡ ਅਪਰੋਚ ਪੰਜਾਬ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਨੀਸ਼ੀਏਟਿਵ ਲਾਂਚ ਹੋਇਆ, ਬਾਰਡਰ ਦੇ ਸਿਕਿਉਰਿਟੀ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਵੀ ਆਰ ਗੋਇੰਗ ਫॉर ਵੈਰੀ ਫਰਸਟ ਡਰੱਗ ਸੈਂਸਸ। ਇਹ ਡਿਸਕਸ ਕੀਤਾ ਗਿਆ ਐਜ਼ ਫਾਰ ਐਜ਼ ਡਰੱਗਸ ਆਰ ਕੰਸਰਨਡ। ਤੋ ਇਹ ਸਭ ਕੁਛ ਇੰਪੋਰਟੈਂਟ ਹੈ ਆਪਣੇ ਲਈ। ਜੋ ਵੀ ਆਪਾਂ ਡਿਸਕਸ ਕੀਤਾ ਉਹ ਆਪਾਂ ਇੱਥੇ ਲਿਖ ਦਿੱਤਾ ਹੈ, ਫਸਟ ਇਨ ਇੰਗਲਿਸ਼ ਐਂਡ ਦੈਨ ਇਨ ਪੰਜਾਬੀ, ਠੀਕ ਹੈ। ਆਪਣੀ ਰੈਲੇਵੈਂਸ ਹਿਸਾਬ ਨਾਲ ਆਪਾਂ ਇੱਥੋਂ ਪੜ੍ਹ ਲੈਣਾ ਹੈ। ਬਾਕੀ ਇਹ ਵੀ ਲਿਖਿਆ ਗਿਆ ਇੱਥੇ ਕਿ ਕਿੰਨੇ ਕਰੋੜ ਐਲੋਕੇਟ ਹੋਏ ਹੈ, ਜਿਵੇਂ ਕਿ ਅਗਰ ਆਪਾਂ ਕ੍ਰਾਸ ਬੋਰਡਰ ਸਮਗਲਿੰਗ ਕੰਟਰੋਲ ਦੀ ਗੱਲ ਕਰੀਏ, ਨੀਅਰ ਅਬਾਊਟ 110 ਕਰੋੜ ਜਿਹੜਾ ਐਲੋਕੇਟ ਹੋਇਆ। ਅਗਰ ਆਪਾਂ ਡਰੱਗ ਸੈਂਸਸ ਦੀ ਗੱਲ ਕਰੀਏ ਜੋ ਇਸ ਸਾਲ ਹੋਏਗਾ, ਉਹਦੇ ਲਈ 150 ਕਰੋੜ ਰੁਪਏ ਐਲੋਕੇਟ ਕਰੇ ਗਏ ਆ। ਬਟ ਦੈਟ ਇਜ਼ ਨਾਟ ਇੰਪੋਰਟੈਂਟ ਫॉर ਐਗਜ਼ਾਮ ਪਰਸਪੈਕਟਿਵ, ਠੀਕ ਹੈ। ਆਪਾਂ ਨੇ ਟਰਮਸ ਇਹ ਕਿੰਨੀ ਵੈਲਿਊ ਹੈ ਉਹ ਯਾਦ ਨਹੀਂ ਰੱਖਣਾ ਹੁੰਦਾ। ਇਨੀਸ਼ੀਏਟਿਵਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਹਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਹੋਪ ਤੁਹਾਨੂੰ ਇਹ ਚੀਜ਼ ਸਮਝ ਆਈ ਹੋਏਗੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਉਹਦੇ ਤੋਂ ਬਾਅਦ ਗੱਲ ਹੋਈ ਹੈ ਇਨਹਾਂਸਿੰਗ ਦੀ ਪੰਜਾਬ ਐਮਰਜੈਂਸੀ ਰਿਸਪੌਂਸ ਸਿਸਟਮ, ਠੀਕ ਹੈ। ਸੋ ਆਪਾਂ ਨੂੰ ਪਤਾ ਹੀ ਹੈ ਕਿ ਪਿੱਛੇ ਵੀ ਸਰਕਾਰ ਨੇ ਜਿਹੜੇ ਐਮਰਜੈਂਸੀ ਰਿਸਪੌਂਸ ਵਹੀਕਲ ਸੀ ਉਹ ਵਧਾਏ ਸੀ, ਸੋ ਦੈਟ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਐਮਰਜੈਂਸੀ ਆਉਂਦੀ ਹੈ, ਪੰਜਾਬ ਪੁਲਿਸ ਤਾਂ ਜੋ ਵੀ ਰਿਲੇਟਡ ਅਥਾਰਟੀਜ਼ ਨੇ ਉਹ ਟਾਈਮ 'ਤੇ ਉੱਥੇ ਪਹੁੰਚ ਪਾਉਣ, ਠੀਕ ਹੈ। ਉਹਦੇ ਬਾਰੇ ਗੱਲ ਕਰਦੇ ਹੋਏ ਫਾਈਨਾਂਸ ਮਿਨਿਸਟਰ ਦੱਸਦੇ ਆ ਕਿ ਪੰਜਾਬ ਸਰਕਾਰ ਕੋਸ਼ਿਸ਼ ਕਰੇਗੀ ਕਿ ਜਿਹੜਾ ਪੁਲਿਸ ਐਮਰਜੈਂਸੀ ਰਿਸਪੌਂਸ ਹੈ ਉਹਨੂੰ ਹੋਰ ਇਨਹਾਂਸ ਕੀਤਾ ਜਾਵੇ। ਕਿੱਦਾਂ? ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕਰੀ ਆ ਕਿ ਜਿਹੜੇ ਐਮਰਜੈਂਸੀ ਰਿਸਪੌਂਸ ਵਹੀਕਲਸ ਨੇ ਉਹਨਾਂ ਨੂੰ ਵਧਾਇਆ ਜਾਏਗਾ, 2 ਵੀਲਰ 4 ਵੀਲਰ ਉਹਨਾਂ ਨੰਬਰ ਵਧਾਇਆ ਜਾਏਗਾ ਨੀਅਰ ਅਬਾਊਟ 900 ਐਂਡ 600 ਰਿਸਪੈਕਟਿਵਲੀ। ਸੋ ਇਹ ਚੀਜ਼ ਉਹਨੇ ਪਹਿਲਾਂ ਗੱਲ ਕੀਤੀ ਹੈ। ਨਿਊ ਐਮਰਜੈਂਸੀ ਵਹੀਕਲਸ ਐਲੋਕੇਟ ਹੋਣ ਦੀ ਆਪਾਂ ਗੱਲ ਕਰ ਚੁੱਕੇ ਹਾਂ, ਫਲੀਟ ਵਧਾਉਣ ਦੀ ਕੋਸ਼ਿਸ਼ ਹੋਏਗੀ, ਠੀਕ ਹੈ। ਅਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਹੁਣ ਪ੍ਰੈਜ਼ੈਂਟ ਐਮਰਜੈਂਸੀ ਰਿਸਪੌਂਸ ਟਾਈਮ ਹੈ ਉਹ ਕਿੰਨਾ ਹੈ, 30 ਮਿੰਟਸ ਹੈ। ਵੀ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪੁਲਿਸ ਪਹੁੰਚਣ ਨੂੰ ਘੱਟ ਤੋਂ ਘੱਟ 30 ਮਿੰਟ ਲਾਉਂਦੀ ਹੈ।
but by increasing the number, by increasing the fleet or other enhancement initiatives, ਆਪਾਂ ਚਾਹ ਰਹੇ ਹਾਂ ਕਿ ਜਿਹੜਾ ਰਿਸਪੌਂਸ ਟਾਈਮ ਹੈ ਆਪਾਂ 30 ਮਿੰਟਸ ਤੋਂ 8 ਮਿੰਟਸ ਤੱਕ ਲੈ ਆਈਏ ਕਿ ਕੋਈ ਵੀ ਦਿੱਕਤ ਆਉਂਦੀ ਹੈ ਕਿਤੇ ਵੀ ਐਮਰਜੈਂਸੀ ਹੈ ਜਿਹੜੀਆਂ ਰਿਲੇਟਡ ਅਥਾਰਟੀਜ਼ ਨੇ ਪੰਜਾਬ ਪੁਲਿਸ ਹੈ ਉਹ 8 ਮਿੰਟਸ ਦੇ ਵਿੱਚ ਉਸ ਪ੍ਰੋਬਲਮ ਸੋਲਵ ਕਰਨ ਲਈ ਉਸ ਪਲੇਸ 'ਤੇ ਪਹੁੰਚ ਪਾਏ। ਦਿਸ ਇਜ਼ ਦ ਏਮ ਆਫ ਅਸ। ਠੀਕ ਹੈ, ਤਾਂ ਪਹਿਲੀ ਗੱਲ ਧਿਆਨ 'ਚ ਰੱਖਾਂਗੇ ਜਿਹੜੇ ਵੀ ਐਮਰਜੈਂਸੀ ਰਿਸਪੌਂਸ ਵਹੀਕਲਸ ਨੇ ਉਹਨਾਂ ਦਾ ਨੰਬਰ ਵਧਾਇਆ ਜਾਏਗਾ। ਉਹਦੇ ਬਿਨਾਂ ਇੱਕ ਹੋਰ ਇੰਪੋਰਟੈਂਟ ਚੀਜ਼, ਜਿਹੜੀ ਐਡਮਿਨਿਸਟ੍ਰੇਟਿਵ ਸਿਸਟਮ ਹੈ ਉਹਨੂੰ ਸਟਰੋਂਗ ਕਰਨ ਵਾਸਤੇ ਵੀ ਨੀਡ ਅ ਹੈੱਡਕੁਆਟਰ। ਠੀਕ ਹੈ, ਜਿੱਦਾਂ ਅਗਰ ਆਪਾਂ ਡਾਇਲ ਕਰਦੇ ਹਾਂ 112 ਨੰਬਰ ਕਾਹਦੇ ਲਈ ਹੁੰਦਾ ਹੈ? ਐਮਰਜੈਂਸੀ ਲਈ। ਠੀਕ ਹੈ, 112 ਡਾਇਲ ਕਰ ਦਿਓ ਤਾਂ ਟੀਮ, ਐਮਰਜੈਂਸੀ ਟੀਮ ਜਿਹੜੀ ਅੱਗੇ ਪ੍ਰੋਪਰ ਸਿਸਟਮ ਨੂੰ ਦੇਖਦੀ ਹੈ। ਫॉर ਬੈਟਰ ਐਡਮਿਨਿਸਟ੍ਰੇਟਿਵ ਸਿਸਟਮ ਵੀ ਨੀਡ ਅ ਹੈੱਡਕੁਆਟਰ। ਠੀਕ ਹੈ, ਜਿਹੜਾ ਡਾਇਲ 112 ਐਮਰਜੈਂਸੀ ਰਿਸਪੌਂਸ ਟੀਮ ਹੈ ਇਹਦੇ ਲਈ ਇੱਕ ਹੈੱਡਕੁਆਟਰ ਦੀ ਲੋੜ ਹੈ ਜੋ ਕੰਸਟਰਕਟ ਕਰਿਆ ਜਾਏਗਾ ਇਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਠੀਕ ਹੈ, ਇੱਥੇ ਬਿਲਡਿੰਗ ਬਣੇਗੀ ਐਮਰਜੈਂਸੀ ਟੀਮ ਦੀ ਜਿਹਦੇ ਲਈ ਨੀਅਰ ਅਬਾਊਟ 63 ਇਫ ਆਮ ਨਾਟ ਰੋਂਗ 63 ਕਰੋੜ ਦੇ ਅਰਾਊਂਡ ਜਿਹੜਾ ਪੈਸਾ ਹੈ ਉਹ ਐਲੋਕੇਟ ਕੀਤਾ ਗਿਆ ਹੈ। ਰਾਈਟ, ਸੋ ਦਿਸ ਇਜ਼ ਵਾਟ that was discussed by finance minister ਕਿ ਕਿੱਦਾਂ ਜਿਹੜੀ ਐਮਰਜੈਂਸੀ ਰਿਸਪੌਂਸ ਹੈ ਉਹਨੂੰ ਬੈਟਰ ਕਰਨ ਦੀ ਕੋਸ਼ਿਸ਼ ਹੋਏਗੀ ਤੇ ਜੋ ਜੋ ਡਿਸਕਸ ਕੀਤਾ ਇੱਥੇ ਲਿਖਿਆ ਗਿਆ। ਠੀਕ ਹੈ, ਇੱਕ ਵਾਰ ਤੁਸੀਂ ਪ੍ਰੋਪਰਲੀ ਪੜ੍ਹ ਲੈਣਾ ਹੈ। ਐਲੋਕੇਸ਼ਨਸ ਨੇ 125 ਕਰੋੜ ਫॉर ਨਿਊ emergency response vehicles, 53 crore for the construction of headquarters, and we'll try to reduce the response time to 8 minutes. 916 नए 2-wheelers आएंगे, 758 नए 4-wheelers आएंगे। Again I'm saying words से अपन नहीं जाना, terms नहीं अपन like value important नहीं हैगी, we must understand the concept behind it। ठीक है जी, so this is what discussed by the government in order to strengthen the law and order। होप ही ਤੁਹਾਨੂੰ ਸਮਝ ਆਇਆ ਹੋਏਗਾ। ਫਿਰ ਆਪਾਂ ਗੱਲ ਕਰਦੇ ਹਾਂ ਪੰਜਾਬ ਸਪੋਰਟ ਡਿਵੈਲਪਮੈਂਟ ਦੀ। ਫਿਰ ਸਰਕਾਰ ਗੱਲ ਕਰਦੀ ਆ ਖੇਲ ਦਾ ਪੰਜਾਬ। ਠੀਕ ਹੈ, ਖੇਡਦਾ ਪੰਜਾਬ ਬਦਲਦਾ ਪੰਜਾਬ। ਹੁਣ ਅਗਰ ਤੁਸੀਂ ਗੱਲ ਕਰ ਰਹੇ ਹੋ ਕਿ ਆਪਾਂ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਜਿਹੜੀ ਯੂਥ ਹੈ ਉਹਨੂੰ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਕਿਤੇ ਨਾ ਕਿਤੇ ਯੂਥ ਨੂੰ ਬਿਜ਼ੀ ਕਰਨਾ ਪਏਗਾ। ਬਿਲਕੁਲ, ਸੋ ਚਾਹੇ ਉਹ ਐਜੂਕੇਸ਼ਨ ਹੈ ਅਤੇ ਚਾਹੇ ਉਹ ਹੈਲਥ ਹੈ, ਐਂਡ ਉਹਦੇ ਲਈ ਤੁਹਾਨੂੰ ਜਿਹੜੇ ਸਪੋਰਟਸ ਨੇ ਉਹਨਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਅਗਰ ਯੂਥ ਨੂੰ ਬਿਜ਼ੀ ਰੱਖਣਾ ਚਾਹੁੰਦੇ ਹਾਂ ਸੋ ਵੀ ਹੈਵ ਟੂ ਵਰਕ ਫॉर ਮੋਰ ਐਂਡ ਮੋਰ ਇਨੀਸ਼ੀਏਟਿਵਸ ਐਜ਼ ਫਾਰ ਐਜ਼ ਸਪੋਰਟਸ ਆਰ ਕੰਸਰਨਡ। ਅਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਸਰਕਾਰ ਨੇ ਕੀ ਗੱਲ ਕਰੀ ਹੈ। ਸੋ ਦੇ ਆਰ ਸੇਇੰਗ ਕਿ ਜਿਹੜਾ ਇਨਫਰਾਸਟਰਕਚਰ ਹੈ ਸਭ ਤੋਂ ਪਹਿਲਾਂ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੀ ਜਾਏਗੀ। ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਅੰਦਰ ਰਨਿੰਗ ਟਰੈਕਸ ਬਣਨਗੇ, ਪ੍ਰੋਪਰ ਪਾਰਕਸ ਬਣਨਗੇ। ਠੀਕ ਹੈ, ਜਿੱਥੇ ਬੱਚੇ ਮਾਰਨਿੰਗ ਈਵਨਿੰਗ ਵਾਕ ਕਰ ਪਾਉਣ, ਪਲੇ ਏਰੀਆਜ਼ ਬਣਨਗੇ, ਪ੍ਰੋਪਰ ਸੋਲਰ ਲਾਈਟਿੰਗ ਹੋਏਗੀ ਅਤੇ ਜਿਹੜੀਆਂ ਲੋਕਲ ਗੇਮਸ ਨੇ ਠੀਕ ਹੈ ਆਪਣੇ ਪੇਂਡੂ ਖੇਡਾਂ ਨੇ ਉਹਨਾਂ ਨੂੰ ਵਧਾਉਣ ਲਈ ਉਹਨਾਂ ਨੂੰ ਹੋਰ ਇਨਹਾਂਸ ਕਰਨ ਦੀ ਪੂਰੀ ਕੋਸ਼ਿਸ਼ ਹੈ ਜੋ ਸਰਕਾਰ ਵੱਲੋਂ ਕੀਤੀ ਜਾਏਗੀ। ਉਹਦੇ ਬਿਨਾਂ 3000 ਦੇ ਅਰਾਊਂਡ ਜਿਹੜੇ ਇਨਡੋਰ ਜਿਮਸ ਓਪਨ ਕਰੇ ਜਾਣਗੇ ਇਨ ਵੇਰੀਅਸ ਪਲੇਸਿਸ ਇਨ ਪੰਜਾਬ। ਠੀਕ ਹੈ, ਸੋ ਦੈਟ ਵੀ ਕੈਨ ਜਸਟ ਟ੍ਰੇਨ ਦੀ ਐਥਲੀਟਸ ਸੋ ਦੈਟ ਆਪਾਂ ਓਲੰਪਿਕਸ ਤੱਕ ਬਹੁਤ ਜ਼ਿਆਦਾ ਬੈਟਰ ਪਰਫਾਰਮ ਕਰਨਾ ਹੈ। ਜਿਹੜੇ ਐਗਜ਼ਿਸਟਿੰਗ ਸੈਂਟਰ ਆਫ ਐਕਸੀਲੈਂਸ ਨੇ ਉਹਨਾਂ ਨੂੰ ਹੋਰ ਇਨਹਾਂਸ ਕਰਿਆ ਜਾਏਗਾ, ਉਹਨਾਂ ਨੂੰ ਅਪਗ੍ਰੇਡ ਕਰਿਆ ਜਾਏਗਾ ਸੋ ਦੈਟ ਅਗੇਨ ਆਪਾਂ ਜਿਹੜੇ ਸਾਡੀ ਯੂਥ ਹੈ ਉਹਨੂੰ ਤਿਆਰ ਕਰ ਪਾਈਏ ਫॉर ਦੀ ਬੈਟਰ ਕੰਪੀਟੀਸ਼ਨਸ ਐਜ਼ ਓਲੰਪਿਕ। ਇਹ ਸਰਕਾਰ ਨੇ ਗੱਲ ਕਰੀ ਹੈ ਐਜ਼ ਫਾਰ ਐਜ਼ ਸਪੋਰਟਸ ਆਰ ਕੰਸਰਨ। ਠੀਕ ਹੈ, ਤੁਸੀਂ ਇੱਥੇ ਦੇਖੋ ਯੂ ਕੈਨ ਸੀ ਸਪੋਰਟਸ ਐਜ਼ ਅ ਟੂਲ ਅਗੇਂਸਟ ਡਰੱਗ। ਠੀਕ ਹੈ, ਤਾਂ ਅਗਰ ਡਰੱਗਸ ਨੂੰ ਖਤਮ ਕਰਨਾ ਚਾਹੁੰਦੇ ਹਾਂ, ਅਗਰ ਆਪਾਂ ਨਸ਼ਿਆਂ ਦੇ ਖਿਲਾਫ ਹਥਿਆਰ ਉਠਾ ਰਹੇ ਹਾਂ ਤਾਂ ਵਿੱਚ ਸਭ ਤੋਂ ਵੱਡਾ ਕੀ ਹੋਏਗਾ, ਖੇਡਾਂ ਹੋਣਗੀਆਂ ਅਤੇ ਸੋ ਦੈਟ ਲੋਕਾਂ ਨੂੰ, ਬੱਚਿਆਂ ਨੂੰ, ਯੂਥ ਨੂੰ ਆਪਾਂ ਕਿਤੇ ਨਾ ਕਿਤੇ ਬਿਜ਼ੀ ਕਰ ਪਾਈਏ। ਠੀਕ ਹੈ, ਤਾਂ ਹਰ ਵਿਲੇਜ ਦੇ ਵਿੱਚ ਜਿਹੜਾ ਹੈਗਾ ਇਨਫਰਾਸਟਰਕਚਰ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰੀ ਜਾਏਗੀ। ਇਹ ਕੇਸ ਸਟੱਡੀ ਹੈ ਜੈਸੇ ਵਾਲੀਬਾਲ 'ਤੇ ਕਾਫੀ ਕੰਮ ਹੋ ਰਿਹਾ ਹੈ ਇਨ ਤਰਨਤਾਰਨ। ਠੀਕ ਹੈ, ਤੁਸੀਂ ਉਹ ਪੁਆਇੰਟ ਨੂੰ ਵੀ ਧਿਆਨ 'ਚ ਰੱਖ ਸਕਦੇ ਹੋ। ਉਹਦੇ ਬਿਨਾਂ ਇਨਡੋਰ ਫਿਟਨੈਸ ਲਈ ਜਿਮ ਖੋਲ੍ਹੇ ਜਾਣਗੇ ਅਤੇ ਜਿਹੜੇ ਵੀ ਐਕਸੀਲੈਂਸ ਸੈਂਟਰ ਆਫ ਐਕਸੀਲੈਂਸ ਨੇ ਜਿੱਥੇ ਹੁਣ ਟ੍ਰੇਨਿੰਗ ਚੱਲ ਰਹੀ ਹੈ ਉਹਨੂੰ ਅਪਗ੍ਰੇਡ ਕੀਤਾ ਜਾਏਗਾ। ਠੀਕ ਹੈ ਜੀ, ਐਂਡ ਇਹਦੇ ਲਈ ਨੀਅਰ ਅਬਾਊਟ 979 ਕਰੋੜ ਰੁਪੀਜ਼ ਐਲੋਕੇਟ ਕਰੇ ਗਏ ਨੇ ਫॉर ਮੋਰ ਐਂਡ ਮੋਰ ਸਪੋਰਟ ਰਿਲੇਟਡ ਇਨੀਸ਼ੀਏਟਿਵਸ ਬਾਏ ਦੀ ਗਵਰਨਮੈਂਟ ਆਫ ਪੰਜਾਬ। ਹੋਪ ਦਿਸ ਇਜ਼ ਕਲੀਅਰ ਟੂ ਐਵਰੀਵਨ। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ। ਵੀ ਨੀਡ ਟੂ ਹੈਵ ਅ ਯੂਨੀਵਰਸਲ ਹੈਲਥ ਕੇਅਰ ਇਨ ਪੰਜਾਬ। ਚਲੋ ਇਹਦੇ ਬਾਰੇ ਸਰਕਾਰ ਆਪਾਂ ਨੂੰ ਕੀ ਕਹਿੰਦੀ ਹੈ ਕਿ ਕੀ ਕੰਮ ਹੋ ਰਹੇ ਨੇ। ਸਭ ਤੋਂ ਪਹਿਲਾਂ ਇੰਪੋਰਟੈਂਟ ਪੁਆਇੰਟ ਹੈ ਬਜਟ ਐਲੋਕੇਸ਼ਨ ਹੈ 5598 ਕਰੋੜ ਵਿਚ ਇਜ਼ ਅ ਹਿਊਜ ਅਮਾਊਂਟ ਐਂਡ ਪਿਛਲੇ ਸਾਲ ਨਾਲੋਂ 10% ਇਨਕਰੀਜ਼ ਹੋਇਆ ਹੈ ਜੋ ਬਹੁਤ ਹੀ ਅੱਛਾ ਕਦਮ ਹੋ ਸਕਦਾ ਹੈ ਐਜ਼ ਫਾਰ ਐਜ਼ ਹੈਲਥ ਸਿਸਟਮ ਇਜ਼ ਕੰਸਰਨਡ। ਠੀਕ ਹੈ, ਸੋ ਪਹਿਲਾ ਪੁਆਇੰਟ ਆਪਾਂ ਨੇ ਇਹ ਧਿਆਨ 'ਚ ਰੱਖਣਾ ਹੈ। ਦੂਸਰਾ ਜੋ ਸਰਕਾਰ ਨੇ ਗੱਲ ਕਰੀ ਹੈ ਕਿ ਆਪਾਂ ਨੇ ਯੂਨੀਵਰਸਲ ਐਕਸੈਸ ਦੇਣਾ ਚਾਹੁੰਦੇ ਹਾਂ, ਹਰ ਇੱਕ ਲੋਕਾਂ ਨੂੰ ਇਨਕਲੂਸਿਵ
ਲਈ ਜਿਹੜੀਆਂ ਹੈਲਥ ਇਨੀਸ਼ੀਏਟਿਵਸ ਨੇ ਉਹਨਾਂ ਬਾਰੇ ਜਾਗਰੂਕ ਕਰਨਾ ਚਾਹ ਰਹੇ ਹਾਂ। ਉਹਦੇ ਲਈ ਸਰਕਾਰ ਕੀ ਗੱਲ ਕਰਦੀ ਹੈ, ਅਗਰ ਤਾਂ ਆਪਾਂ ਪ੍ਰਾਇਮਰੀ ਸੈਕਟਰ ਦੀ ਗੱਲ ਕਰੀਏ, ਪ੍ਰਾਇਮਰੀ ਕੇਅਰ ਜਿਹਨੂੰ ਕਹਿੰਦੇ ਆ, ਫਸਟ ਏਡ ਕੇਅਰ, ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਜੋ ਕਲੀਨਿਕਸ ਨੇ ਉਹਨਾਂ ਬਾਰੇ ਡਿਸਕਸ ਕੀਤਾ ਗਿਆ। ਜਿਵੇਂ ਆਪਾਂ ਸਟਾਰਟ ਡਿਸਕਸ ਕਰਿਆ ਸੀ ਕਿ 3 ਕਰੋੜ ਪੀਪਲ ਦੇ ਜਿਹੜੇ ਹੈਗੇ ਆ ਦੇ ਇੰਨੇ ਲੋਕਾਂ ਨੂੰ ਫ੍ਰੀ ਸਰਵਿਸਿਜ਼ ਪ੍ਰੋਵਾਈਡ ਕਰੀਆਂ ਗਈਆਂ ਨੇ। ਆਮ ਆਦਮੀ ਕਲੀਨਿਕ ਦੇ ਵਿੱਚ ਤੁਹਾਨੂੰ ਫ੍ਰੀ ਮੈਡੀਸਿਨਸ, ਫ੍ਰੀ ਟੈਸਟ ਐਂਡ ਜਿਹੜਾ ਫ੍ਰੀ ਟ੍ਰੀਟਮੈਂਟ ਹੈ ਉਹ ਦਿੱਤਾ ਜਾ ਰਿਹਾ ਹੈ, ਠੀਕ ਹੈ। ਤਾਂ ਇਹ ਆਪਾਂ ਧਿਆਨ 'ਚ ਰੱਖਣਾ। ਉਹਦੇ ਬਿਨਾਂ ਅਗਰ ਆਪਾਂ ਟਰਸ਼ਰੀ ਕੇਅਰ ਦੀ ਗੱਲ ਕਰੀਏ, ਇੱਥੇ ਸਰਕਾਰ ਨੇ ਗੱਲ ਕਰੀ ਹੈ ਇੰਸ਼ੋਰੈਂਸ ਦੀ, ਹੈਲਥ ਇੰਸ਼ੋਰੈਂਸ ਦੀ, ਠੀਕ ਹੈ। ਇੰਸ਼ੋਰੈਂਸ ਦੀ ਇੰਪੋਰਟੈਂਸ ਆਪਾਂ ਸਮਝਦੇ ਹਾਂ ਐਂਡ ਹੈਲਥ ਇੰਸ਼ੋਰੈਂਸ 'ਤੇ ਸੈਂਟਰ ਗਵਰਨਮੈਂਟ ਵੀ ਕਾਫੀ ਕੰਮ ਕਰ ਰਹੀ ਹੈ। ਸੋ ਡਾਟਾ ਪ੍ਰੋਵਾਈਡ ਕੀਤਾ ਗਿਆ ਆਪਾਂ ਨੂੰ ਸਰਕਾਰ ਵੱਲੋਂ ਕਿ ਅਗਰ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ, ਨੀਅਰ ਅਬਾਊਟ 45 ਲੱਖ ਫੈਮਿਲੀਜ਼ ਹੈਵ ਹੈਲਥ ਇੰਸ਼ੋਰੈਂਸ, ਠੀਕ ਹੈ। 45 ਲੱਖ ਦੇ ਅਰਾਊਂਡ ਜਿਹੜੇ ਫੈਮਿਲੀਜ਼ ਨੇ ਉਹਨਾਂ ਕੋਲ ਹੈਲਥ ਇੰਸ਼ੋਰੈਂਸ ਹੈਗਾ, ਜਿਹਦੇ ਵਿੱਚੋਂ ਕੁਝ ਫੈਮਿਲੀਜ਼ ਕਵਰਡ ਨੇ ਅੰਡਰ ਆਯੁਸ਼ਮਾਨ ਭਾਰਤ ਸਕੀਮ। ਇਹਦੇ ਬਾਰੇ ਤੁਹਾਨੂੰ ਪਤਾ ਹੋਏਗਾ, ਠੀਕ ਹੈ। ਆਯੁਸ਼ਮਾਨ ਭਾਰਤ ਸਕੀਮ ਜਿਹਦੇ ਕੰਪੋਨੈਂਟ ਹੈ, ਜਿਹਦੇ ਅੰਦਰ ਜਿਹੜਾ ਹੈਲਥ ਰਿਲੇਟਡ ਜੋ ਇੰਸ਼ੋਰੈਂਸ ਹੈ ਉਹ ਪ੍ਰੋਵਾਈਡ ਕੀਤਾ ਗਿਆ ਆਯੁਸ਼ਮਾਨ ਭਾਰਤ। ਬਾਕੀ ਜਿਹੜੀਆਂ ਫੈਮਿਲੀਜ਼ ਨੇ ਦੈਟ ਆਰ ਅੰਡਰ ਮੁੱਖ ਮੰਤਰੀ ਸਰਬਤ ਬੀਮਾ ਸਕੀਮ ਜਾਂ ਯੋਜਨਾ, ਠੀਕ ਹੈ। ਮਤਲਬ ਕਹਿਣ ਦੀ ਗੱਲ ਕੀ ਹੈ ਕਿ ਅਗਰ ਆਪਾਂ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੀ ਗੱਲ ਕਰੀਏ, 45 ਲੱਖ ਦੇ ਅਰਾਊਂਡ ਫੈਮਿਲੀਜ਼ ਨੇ ਜਿਨ੍ਹਾਂ ਕੋਲ ਇੰਸ਼ੋਰੈਂਸ ਹੈ। ਕੁਛ ਕਵਰ ਨੇ ਅੰਡਰ ਦੀ ਸੈਂਟਰ ਗਵਰਨਮੈਂਟ ਸਕੀਮ ਜਿਹੜੀ ਆਯੁਸ਼ਮਾਨ ਭਾਰਤ ਹੈ, ਅਤੇ ਕੁਛ ਫੈਮਿਲੀਜ਼ ਕਵਰ ਨੇ ਅੰਡਰ ਦੀ ਸਟੇਟ ਗਵਰਨਮੈਂਟ, ਠੀਕ ਹੈ। ਆਪਣੀ ਪੰਜਾਬ ਸਰਕਾਰ ਦੇ ਅੰਡਰ ਜਿਹੜਾ ਬੀਮਾ ਯੋਜਨਾ ਹੈ, ਠੀਕ ਹੈ, ਸਰਬੱਤ ਬੀਮਾ ਯੋਜਨਾ, ਉਹਦੇ ਅੰਡਰ ਕਵਰਡ ਨੇ। ਅਤੇ ਕਵਰੇਜ ਕਿੰਨੀ ਹੈ ਤੁਹਾਨੂੰ ਪਤਾ ਹੋਏਗਾ, 5 ਲੱਖ ਪਰ ਈਅਰ ਪਰ ਫੈਮਿਲੀ, ਠੀਕ ਹੈ। 5 ਲੱਖ ਦੀ ਲਿਮਿਟ ਹੈ ਨॉर्मल ਜੋ ਸਕੀਮ ਚੱਲ ਰਹੀ ਹੈ। ਇਹ ਉਹ ਹੈ ਜੋ ਆਲਰੇਡੀ ਚੱਲ ਰਿਹਾ ਹੈ। ਹੁਣ ਗਵਰਨਮੈਂਟ ਨੇ ਕੀ ਅਨਾਊਂਸ ਕੀਤਾ ਹੈ ਕਿ ਚਾਹੇ ਫੈਮਿਲੀਜ਼ ਸੈਂਟਰ ਗਵਰਨਮੈਂਟ ਦੇ ਅੰਡਰ ਇੰਸ਼ੋਰੈਂਸ ਹੈ ਉਹਨਾਂ ਕੋਲ, ਚਾਹੇ ਸਟੇਟ ਗਵਰਨਮੈਂਟ ਦੇ ਅੰਡਰ ਹੈ, ਜਿਹੜਾ ਕੈਪ ਹੈ ਉਹ ਇਨਕਰੀਜ਼ ਕਰ ਦਿੱਤਾ ਗਿਆ ਹੈ ਟੂ 10 ਲੱਖਸ। ਦਿਸ ਇਜ਼ ਇੰਪੋਰਟੈਂਟ ਪੁਆਇੰਟ, ਠੀਕ ਹੈ। ਜੋ ਇੰਸ਼ੋਰੈਂਸ ਚਾਹੇ ਉਹ ਸਟੇਟ ਗਵਰਨਮੈਂਟ ਹੋਏ ਚਾਹੇ ਸੈਂਟਰ ਗਵਰਨਮੈਂਟ ਹੋਏ, ਕਿਸੇ ਵੀ ਸਕੀਮ ਦੇ ਅੰਦਰ ਜੋ ਤੁਹਾਨੂੰ ਇੰਸ਼ੋਰੈਂਸ ਦਾ ਕਵਰ ਮਿਲ ਰਿਹਾ 5 ਲੱਖ ਦਾ, ਉਹਨੂੰ ਇਨਕਰੀਜ਼ ਦਿੱਤਾ ਗਿਆ ਬਾਈ 10 ਲੱਖ, ਠੀਕ ਹੈ। ਜਿਹਦੇ ਲਈ ਜਿਹੜੇ ਸਿਹਤ ਕਾਰਡ ਨੇ ਉਹ ਦਿੱਤੇ ਜਾਣਗੇ, ਜਿਹਨੂੰ ਯੂਜ਼ ਕਰਕੇ ਕੋਈ ਵੀ ਇਨਸਾਨ, ਚਾਹੇ ਪਬਲਿਕ ਸੈਕਟਰ ਦਾ ਮਤਲਬ ਚਾਹੇ ਗਵਰਨਮੈਂਟ ਹॉस्पिटल है ਚਾਹੇ ਕੋਈ ਪ੍ਰਾਈਵੇਟ ਹॉस्पिटल ਹੈ, ਉਹਤੇ ਆਪਣਾ ਇਲਾਜ ਕਰਵਾ ਸਕਦਾ ਹੈ ਬਾਈ ਦੀ ਕੈਪ ਆਫ 10 ਲੱਖ ਇੰਸ਼ੋਰੈਂਸ। ਇਹ ਬਹੁਤ ਇੰਪੋਰਟੈਂਟ ਹੈ ਐਂਡ ਇਹ ਆਪਾਂ ਨੂੰ ਪ੍ਰੀਲਿਮਸ ਦੇ ਵਿੱਚ ਹੀ ਪੁੱਛਿਆ ਜਾ ਸਕਦਾ ਹੈ ਬਿਕੋਜ਼ ਕੈਪ ਇਨਕਰੀਜ਼ ਹੋਇਆ ਹੈ, ਚਾਹੇ ਸਟੇਟ ਗਵਰਨਮੈਂਟ ਦੀ ਗੱਲ ਕਰ ਲਓ ਚਾਹੇ ਤੁਸੀਂ ਸੈਂਟਰ ਗਵਰਨਮੈਂਟ ਦੀ ਗੱਲ ਕਰ ਲਓ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਠੀਕ ਹੈ ਜੀ। ਸੋ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਕਿੱਦਾਂ ਜਿਹੜੇ ਆਮ ਆਦਮੀ ਕਲੀਨਿਕ ਦੇ ਥਰੂ ਪ੍ਰਾਇਮਰੀ ਹੈਲਥ ਕੇਅਰ ਦਿੱਤੀ ਜਾ ਰਹੀ ਹੈ, ਅਤੇ ਟਰਸ਼ਰੀ ਸੈਕਟਰ ਦੀ ਅਗਰ ਗੱਲ ਕਰੀਏ, ਟਰਸ਼ਰੀ ਕੇਅਰ ਦੀ ਗੱਲ ਕਰੀਏ, ਉੱਥੇ ਆਪਾਂ ਯੂਨੀਵਰਸਲ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਇਨਕਰੀਜ਼ਿੰਗ ਦੀ ਕੈਪ ਐਂਡ 778 ਕਰੋੜ ਹੈਜ਼ ਬੀਨ ਐਲੋਕੇਟਡ ਫॉर ਦਿਸ। ਤਾਂ ਇਹ ਚੀਜ਼ ਆਪਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ। ਉਹਦੇ ਬਿਨਾਂ ਟੋਟਲ ਬਜਟ ਦੀ ਆਪਾਂ ਗੱਲ ਕਰ ਚੁੱਕੇ ਹਾਂ। ਵਿਜ਼ਨ ਆਪਣਾ ਕੀ ਹੈ ਕਿ ਯੂਨੀਵਰਸਲ ਐਕਸੈਸ ਲੈ ਕੇ ਜਾਣੀ ਹੈ, ਵੀ ਆਰ ਕਲੀਅਰ ਵਿਦ ਦੈਟ। ਇੱਕ ਉਹਨਾਂ ਦੀ ਗੱਲ ਕਰੀਏ ਫਰਿਸ਼ਤੇ ਸਕੀਮ ਦੀ। ਫਰਿਸ਼ਤੇ ਸਕੀਮ ਸ਼ਾਇਦ ਤੁਸੀਂ ਇਸ ਬਾਰੇ ਸੁਣਿਆ ਹੋਏਗਾ ਕਿ ਅਗਰ ਕੋਈ ਵੀ ਰੋਡ ਐਕਸੀਡੈਂਟ ਹੁੰਦਾ ਰਾਈਟ, ਉਸ ਟਾਈਮ 'ਤੇ ਆਪਾਂ ਕਹਿੰਦੇ ਨੇ ਕਿ ਜਿਹੜਾ ਸਟਾਰਟਿੰਗ ਦਾ 1 ਘੰਟਾ ਹੁੰਦਾ ਉਹਨੂੰ ਗੋਲਡਨ ਆਰ ਬੋਲਿਆ ਜਾਂਦਾ ਕਿ ਅਗਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਉਸ ਟਾਈਮ ਦੇ ਵਿੱਚ ਅਗਰ ਉਹਨੂੰ ਪ੍ਰੋਪਰਲੀ ਹॉस्पिटल ਤੱਕ ਲੈ ਕੇ ਜਾਇਆ ਜਾਵੇ, ਉਹਨੂੰ ਪ੍ਰੋਪਰ ਕੇਅਰ ਮਿਲੇ ਤਾਂ ਇਨਸਾਨ ਬਚਾਇਆ ਜਾ ਸਕਦਾ ਹੈ। ਹੋਰ ਇੱਕ ਟਰਮ ਹੈ ਪਲੈਟੀਨਮ ਮਿੰਟਸ। ਇਹ ਟਰਮਸ ਧਿਆਨ 'ਚ ਰੱਖਣੀਆਂ ਹੁੰਦੀਆਂ ਨੇ। ਗੋਲਡਨ ਆਰ ਪਲੈਟੀਨਮ ਮਿੰਟਸ ਕਿ ਸਟਾਰਟਿੰਗ ਦੇ ਜਿਹੜੇ 15-20 ਮਿੰਟ ਹੁੰਦੇ ਆ ਨਾ ਉਹ ਇਨਸਾਨ ਦੀ ਜਾਨ ਬਚਾ ਸਕਦੇ ਆ, ਉਹ ਇੰਨੇ ਇੰਪੋਰਟੈਂਟ ਹੁੰਦੇ ਆ। ਸੋ ਫਰਿਸ਼ਤੇ ਸਕੀਮ ਦੇ ਅੰਡਰ ਕੀ ਹੈ ਕਿ ਸਪੋਜ਼ ਰੋਡ 'ਤੇ ਕੋਈ ਐਕਸੀਡੈਂਟ ਹੋਇਆ, ਬੀਇੰਗ ਦੀ ਸਿਟੀਜ਼ਨ ਆਫ ਪੰਜਾਬ, ਬੀਇੰਗ ਸਿਟੀਜ਼ਨ ਆਫ ਇੰਡੀਆ, ਮੇਰਾ ਫਰਜ਼ ਬਣਦਾ ਕਿ ਅਗਰ ਮੈਂ ਕਰ ਸਕਦੀ ਹਾਂ ਮੈਂ ਉਸ ਇਨਸਾਨ ਨੂੰ ਨੀਅਰ ਬਾਈ ਜਿਹੜਾ ਵੀ ਹॉस्पिटल ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂ। ਅਤੇ ਇੱਦਾਂ ਕੀ ਹੈ ਕਿ ਜਿਹੜੇ ਲੋਕ ਉਹਨਾਂ ਫਰਿਸ਼ਤੇ ਬੋਲਿਆ ਜਾਂਦਾ ਜੋ ਕਿਸੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਗੁੱਡ ਸਮੈਟਨ ਵੀ ਬੋਲਿਆ ਜਾਂਦਾ ਆ। ਸੋ ਉਹਨਾਂ ਨੂੰ ਇਨਕਰੇਜ ਕਰਨਾ ਹੋਰ ਇਹ ਇਸ ਸਕੀਮ ਦੇ ਅੰਡਰ ਹੈ, ਫਰਿਸ਼ਤੇ ਸਕੀਮ ਦੇ ਅੰਡਰ ਕਿ ਜਿਹੜੇ ਲੋਕ ਨੇ ਜੋ ਕਿਸੇ ਹੋਰ ਦੀ ਜਾਨ ਬਚਾਉਣ ਲਈ ਆਪਣੇ ਇੱਕ ਪਤਾ ਨਾ ਸਿਚੁਏਸ਼ਨ ਕਿ ਤੁਸੀਂ ਕਿਸੇ ਪਰਸਨਲ ਅਗਰ ਕਿਸੇ ਕੋਈ ਐਕਸੀਡੈਂਟ ਹੋਇਆ ਹੈ, ਤੁਸੀਂ ਉਹਨੂੰ ਹॉस्पिटल ਲੈ ਕੇ ਜਾ ਰਹੇ ਹੋ ਤਾਂ ਉਹਨੂੰ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ, ਲੋਕਾਂ ਨੂੰ ਡਰ ਲੱਗਦਾ ਕਿਸੇ ਦੀ ਹੈਲਪ ਕਰਨ ਤੋਂ। ਤਾਂ ਉਹ ਚੀਜ਼ਾਂ ਨਾ ਹੋਣ,
ਇਹਦੇ ਲਈ ਇਨੀਸ਼ੀਏਟਿਵਸ ਲਏ ਜਾ ਰਹੇ ਨੇ ਅੰਡਰ ਫਿਸ਼ਰ ਸਕੀਮ। ਉਹਦੇ ਬਿਨਾਂ ਸਟਾਰਟਿੰਗ ਦੇ ਵਿੱਚ ਜਦੋਂ ਵੀ ਇਨਸਾਨ ਤੁਹਾਡੇ ਕੋਲ ਆਇਆ, ਉਹ ਐਮਰਜੈਂਸੀ ਹੈ, ਉਸ ਟਾਈਮ ਤੇ ਫ੍ਰੀ ਆਫ ਕਾਸਟ ਇਲਾਜ ਕੀਤਾ ਜਾਵੇ, ਕਿ ਪੈਸੇ ਕਰਕੇ ਜਾਂ ਕਿਸੇ ਵੀ ਲਾਈਕ ਨॉन ਐਸੈਸਿਬਿਲਿਟੀ ਕਰਕੇ ਉਹ ਇਨਸਾਨ ਦੀ ਜਾਨ ਨਾ ਜਾਵੇ। ਇਹ ਕੁਝ ਇਨੀਸ਼ੀਏਟਿਵਸ ਨੇ, ਕੁਝ ਏਮਸ ਨੇ ਫਰਿਸ਼ਤੇ ਸਕੀਮ ਦੇ। ਇਹ ਵਿੱਚ ਗੱਲ ਕਰੀ ਗਈ ਹੈ ਕਿ ਬਈ ਜਿਹੜਾ ਉਹਨਾਂ ਨੂੰ ਹੋਰ ਜਿਹੜੇ ਸਮਰਟੀਅਨਸ ਨੇ, ਮਤਲਬ ਜਿਹੜੇ ਫਰਿਸ਼ਤੇ ਨੇ, ਉਹਨਾਂ ਨੂੰ ਜਿਹੜੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਹੋਰ ਇਨਕਰੇਜ ਕਰਨਾ ਹੈ ਐਂਡ ਇਸ ਸਕੀਮ ਨੂੰ ਹੋਰ ਜ਼ਿਆਦਾ ਆਪਾਂ ਨੇ ਇਨੀਸ਼ੀਏਟਿਵਸ ਨੂੰ ਵਧਾਉਣਾ ਹੈ, ਜਿਹਦੇ ਕਰਕੇ 10 ਕਰੋੜ ਦੇ ਅਰਾਊਂਡ ਜਿਹੜੀ ਐਲੋਕੇਸ਼ਨ ਹੈ ਉਹ ਫਰਿਸ਼ਤੇ ਸਕੀਮ ਦਿੱਤੀ ਗਈ ਹੈ। ਠੀਕ ਹੈ ਜੀ। ਸੋ ਦਿਸ ਇਜ਼ ਆਲ ਰਿਲੇਟਡ ਟੂ ਦੀ ਹੈਲਥ ਸੈਕਟਰ ਐਵਰੀਵਨ। ਠੀਕ ਹੈ, ਪ੍ਰਾਇਮਰੀ ਕੇਅਰ ਦੇ ਵਿੱਚ ਕੀ ਹੋਇਆ, ਟਰਸ਼ਰੀ ਕੇਅਰ ਦੇ ਵਿੱਚ ਕੀ ਹੋਇਆ, ਫਰਿਸ਼ਤੇ ਸਕੀਮ ਦੀ ਆਪਾਂ ਗੱਲ ਕਰ ਚੁੱਕੇ ਹਾਂ। ਤੇ ਮੈਂ ਗੱਲ ਕੀਤੀ ਹੈ ਕਿ ਓਵਰਆਲ ਹੈਲਥ ਸੈਕਟਰ ਨੂੰ ਬੈਟਰ ਕਰਨ ਵਾਸਤੇ 10% ਇਨਕਰੀਜ਼ ਜੋ ਹੈ ਆਪਾਂ ਨੂੰ ਪਿਛਲੇ ਸਾਲ ਨਾਲੋਂ ਦੇਖਣ ਨੂੰ ਮਿਲਿਆ ਹੈ। ਐਂਡ ਵਾਟ ਐਵਰ ਆਈ ਹੈਵ ਡਿਸਕਸ ਇਜ਼ ਰਿਟਨ ਹੇਅਰ। ਠੀਕ ਹੈ, ਤੁਸੀਂ ਇੱਕ ਵਾਰੀ ਗੋ ਥਰੂ ਹੋ ਜਾਣਾ ਵਿਜ਼ਨ ਕੀ ਹੈ, ਪ੍ਰਾਇਮਰੀ ਹੈਲਥ ਕੇਅਰ ਵਿੱਚ ਕੀ ਕਰ ਰਹੇ ਹੋ, ਟਰਸ਼ਰੀ ਹੈਲਥ ਵਿੱਚ ਆਪਾਂ ਕੀ ਕਰ ਰਹੇ ਹਾਂ, ਫਰਿਸ਼ਤੇ ਸਕੀਮ ਦੇ ਬਾਰੇ ਆਪਾਂ ਇੱਥੇ ਗੱਲ ਕਰ ਲਈ ਹੈ। ਐਂਡ ਸੇਮ ਆਪਾਂ ਨੂੰ ਇੱਥੇ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ। ਠੀਕ ਹੈ ਜੀ। ਸੋ ਇੱਕ ਵਾਰ ਬਸ ਧਿਆਨ ਨਾਲ ਬਜਟ ਨੂੰ ਸੁਣਨਾ ਹੈ, ਬਿਕੋਜ਼ ਬਜਟ ਇੱਕ ਇੱਦਾਂ ਦਾ ਟੌਪਿਕ ਹੈ, ਚਾਹੇ ਤੁਸੀਂ ਪ੍ਰੀਲਿਮਸ ਦੀ ਗੱਲ ਕਰ ਲਓ, ਚਾਹੇ ਮੇਨਸ ਦੀ ਗੱਲ ਕਰ ਲਓ, 101% ਆਪਾਂ ਨੂੰ ਇਸ ਚੀਜ਼ ਤੋਂ ਫਾਇਦਾ ਹੋਣ ਵਾਲਾ ਹੈ। ਬਹੁਤ ਵੱਡੀ ਆਪਾਂ ਲਾਈਕ ਵੀਡੀਓਜ਼ ਨਹੀਂ ਰੱਖ ਰਹੇ, ਸਿਰਫ ਹੈ ਕਿ 15-15 20 ਮਿੰਟ। ਠੀਕ ਹੈ, ਇਸ ਟੌਪਿਕ ਨੂੰ ਤੁਸੀਂ ਡੇਲੀ ਬੇਸਿਸ 'ਤੇ ਦਓਗੇ ਤਾਂ ਯੂ ਵਿਲ ਬੀ ਇਨ ਅ ਗੁੱਡ ਸਿਚੁਏਸ਼ਨ, ਗੁੱਡ ਪੋਜੀਸ਼ਨ ਐਜ਼ ਫਾਰ ਐਜ਼ ਐਗਜ਼ਾਮ ਇਜ਼ ਕੰਸਰਨਡ। ਸੋ ਹੋਪ ਅੱਜ ਆਪਾਂ ਜੋ ਵੀ ਡਿਸਕਸ਼ਨ ਕਰੀਏ ਉਹ ਸਮਝ ਆਇਆ ਹੋਏਗਾ। ਅੱਗੇ ਵਿਲ ਟਰਾਈ ਟੂ ਡਿਸਕਸ ਦੀ ਅਦਰ ਇਨੀਸ਼ੀਏਟਿਵਸ ਫਰੋਮ ਟਮੋਰੋ। ਠੀਕ ਹੈ, ਥੈਂਕ ਯੂ ਫॉर टुडे।